मैं इदा जे तो पार्टियां ते जावां अज भी लोग होंदे हैं जिन्हों जेड़े मेरे मेरे पिठ पिछों मेरे उत्ते हसदे ने कि यह मुंडा होके इन्ने 4 इंच की हील पाई हुई। ऐ नहीं सीगा कि मैं मुंडा नहीं हाँ, यस मैं मुंडा हाँ, बट मेरी फीलिंग्स अलग ने। मेरी फीलिंग्स इदा दी है कि मैनू कोई चाहिए है जिहड़ा मैनू पैंपर करे ਤੇ ਮੈਨੂੰ ਮੇਰੀ ਫੀਲਿੰਗਸ ਟੂਵਰਡਸ ਮੁੰਡਾ ਹੈ ਇਨਫੈਕਟ ਕਿ ਜਿਹੜੀ ਸਾਡੇ ਸਮਾਜ 'ਚ ਕਹਿੰਦੇ ਆ ਇਹਨੂੰ ਜੇ ਤਾਂ ਮੈਨੂੰ ਪਤਾ ਨਹੀਂ ਪੰਜਾਬੀ 'ਚ ਕੀ ਕਹਿੰਦੇ ਆ ਬਟ ਇੰਗਲਿਸ਼ 'ਚ ਜਿੱਦਾਂ ਆਪਾਂ ਕਹਿੰਦੇ ਆ ਕਿ ਇਹ ਮੁੰਡਾ ਗੇ ਹੈ ਜਾਂ ਇਹ ਕੁੜੀ ਲੈਸਬੀਅਨ ਹੈ। ਇਹ ਬੰਦਾ ਰੱਬ ਉੱਦਾਂ ਨਹੀਂ ਬਣਾਉਂਦਾ, ਇਹ ਤੁਹਾਡੀ ਖੁਦ ਦੀ ਚੋਇਸ ਹੁੰਦੀ ਹੈ। ਤੁਸੀਂ ਤੁਹਾਡੀ ਸੋਚ ਬਣਾਉਂਦੀ ਹੈ ਕਿ ਤੁਸੀਂ ਕਿੱਦਾਂ ਬਣਨਾ ਚਾਹੁੰਦੇ ਹੋ। मैं भी चाहना सीगा कि मैनू समाज उस वालों देखे कि लोग मैनू देख के मुस्कुरान ना, हसन ना, मैनू वख वख ना तो बुलावन ना। जिद्दां तुसीं कहंदे हो ना स्कूल इंडिया तुसीं स्कूल जाते हो तुहानू क्लासमेट होंदे हैं, तुहाडे सीनियर होंदे हैं, तुहानू इन्ने वख वख नामां नाल बुलाने हैं कि तुहानू यह लगता है कि सच्ची असीं इन्ने डिफरेंट हाँ कि लोग सानू समाज च एक्सैप्ट भी नहीं कर सकते। अज मैं दसां ते किन्ने इदां दे लोग भी ने जिन्हां ने विआह कराए होए हैं बट ਉਹ ਖੁੱਲ ਕੇ ਬਾਹਰ ਨਹੀਂ ਆ ਸਕੇ ਬਿਕਾਜ਼ ਉਹ ਸਮਾਜ ਤੋਂ ਡਰਦੇ ਸੀਗੇ। ਜਿੱਦਾਂ ਸਾਡੇ ਸਮਾਜ 'ਚ ਬੜੀ ਇੱਕ ਕਹਿੰਦੇ ਨਾ ਕਿ ਜੇ ਤੇ ਮੁੰਡਾ ਹੈ ਉਹ ਮੁੰਡਾ ਨਾਲ ਹੀ ਖੇਲੂਗਾ, ਜੇ ਤਾਂ ਆਪਾਂ ਸਕੂਲ ਜਾਂਦੇ ਕੁੜੀਆਂ ਨੇ ਉਹਨਾਂ ਨੇ ਕੁੜੀਆਂ ਨਾਲ ਹੀ ਖੇਡਣਾ। ਤੇ ਸ਼ੁਰੂ ਦਾ ਇਦਾਂ ਦਾ ਸੀਗਾ ਕਿ ਮੇਰਾ ਕਦੇ ਵੀ ਉਹ ਇੰਟਰਸਟ ਨਹੀਂ ਹੋਇਆ ਕਿ ਜਿੱਥੇ ਮੈਂ ਮੁੰਡੇ ਕ੍ਰਿਕਟ ਖੇਲ ਰਹੇ ਆ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਕ੍ਰਿਕਟ ਖੇਲਾਂ। ਹੈਲੋ ਚੈਨਲ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦੀ ਰਾਜੀ ਕੌਰ ਜਾਣੀ ਕਿ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇਸ ਤੇ ਸਟੂਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਾਡੇ ਸਮਾਜ ਵਿੱਚ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਕਿ ਸਾਡਾ ਨਜ਼ਰੀਆ ਦੂਸਰਿਆਂ ਦੇ ਪ੍ਰਤੀ ਕਿਵੇਂ ਆ, ਅਸੀਂ ਦੂਸਰੇ ਨੂੰ ਕਿਵੇਂ ਦੇਖਦੇ ਆ ਤੇ ਜਿਹੜਾ ਦੂਸਰਾ ਇਨਸਾਨ ਹੈ ਜਿਸ ਦੇ ਪ੍ਰਤੀ ਆਪਾਂ ਗੱਲਬਾਤ ਕਰਦੇ ਆ ਉਹ ਸਾਡੇ ਇਸ ਨਜ਼ਰੀਏ ਨੂੰ ਕਿਵੇਂ ਲੈਂਦਾ ਹੈ। ਕਦੇ ਕਦੇ ਆਪਾਂ ਗੱਲ ਕਰਦੇ ਹਾਂ ਆਪਾਂ ਭੁੱਲ ਹੀ ਜਾਂਦੇ ਹਾਂ ਵੀ ਮੇਲ ਫੀਮੇਲ ਤੋਂ ਅਲੱਗ ਵੀ ਕੋਈ ਇਨਸਾਨ ਵੀ ਹੈ ਅਤੇ ਆਪਾਂ ਉਹਨਾਂ ਨੂੰ ਉਹ ਰੁਤਬਾ ਨਹੀਂ ਦੇ ਪਾਉਂਦੇ ਜੋ ਕਿ ਉਹ ਡਿਜ਼ਰਵ ਕਰਦੇ ਨੇ। ਅਤੇ ਅੱਜ ਇਹੋ ਜਿਹੀ ਗੱਲਬਾਤ ਕਰਾਂਗੇ ਆਪਾਂ ਇਸ ਸਟੂਡੀਓ ਦੇ ਵਿੱਚ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਮੇਰਾ ਚੈਨਲ ਦੈਟਸ ਵਾਟ ਸ਼ੀ ਸੈਡ ਜਿਹੜਾ ਕਿ ਪੋਡਕਾਸਟ ਹੈਗਾ ਆ ਤੁਸੀਂ ਐਂਕਰ ਚੈਨਲ 'ਤੇ ਸੁਣ ਸਕਦੇ ਹੋ ਅਤੇ ਕਿਸੇ ਵੀ ਪੋਡਕਾਸਟ ਚੈਨਲ 'ਤੇ ਸੁਣ ਸਕਦੇ ਹੋ। ਉਸ 'ਤੇ ਲਹਿਜ਼ੇ ਹੀ ਆਪਾਂ ਉੱਥੇ ਗੱਲ ਕੀਤੀ ਸੀ ਅਤੇ ਜਿਸ ਇਨਸਾਨ ਨਾਲ ਆਪਾਂ ਗੱਲ ਕੀਤੀ ਸੀ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਨਾਲ TV 'ਤੇ ਲੈ ਕੇ ਮੈਂ ਤੁਹਾਡੇ ਵੀ ਰੂਬਰੂ ਕਰਾਵਾਂ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਉਹ ਇਨਸਾਨ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਅਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਅੱਜ ਉਹਨਾਂ ਦੇ ਬਾਰੇ ਕੁਝ ਜਾਣਦੇ ਹਾਂ ਕਿ ਉਹ ਸਾਡੇ ਲਈ ਸਾਡੇ ਸਭ ਲਈ ਕੀ ਸੁਨੇਹਾ ਲੈ ਕੇ ਆਉਂਦੇ ਆ ਅਤੇ ਸਾਡਾ ਨਜ਼ਰੀਆ ਕਿਵੇਂ ਚੇਂਜ ਕਰਦੇ ਆ। ਚਲੋ ਆਪਾਂ ਸਵਾਗਤ ਕਰੀਏ ਪ੍ਰਤੀਕ ਕਾਲੜਾ ਦਾ। ਸਤਿ ਸ਼੍ਰੀ ਅਕਾਲ ਪ੍ਰਤੀਕ ਕਾਲੜਾ। ਸਤਿ ਸ਼੍ਰੀ ਅਕਾਲ ਐਂਡ ਤੁਹਾਡਾ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ। ਥੈਂਕ ਯੂ ਸੋ ਮਚ। ਪ੍ਰਤੀਕ ਕਾਲੜਾ ਤੁਸੀਂ ਸਾਨੂੰ ਦੱਸੋ ਥੋੜ੍ਹਾ ਜਿਹਾ ਆਪਣੇ ਬਾਰੇ, ਤੁਹਾਡੀ ਬੈਕਗਰਾਊਂਡ ਦੱਸੋ ਆਪਣੀ। ਮੈਂ ਇੰਡੀਆ ਤੋਂ ਹੀ ਬਿਲੋਂਗ ਕਰਦਾ ਓਬਵੀਅਸਲੀ ਅਤੇ ਜਿੱਥੋਂ ਮੈਂ ਆਇਆ ਮੈਂ ਦਿੱਲੀ ਤੋਂ ਬਿਲੋਂਗ ਕਰਦਾ ਅਤੇ ਮੈਨੂੰ ਇੱਥੇ ਆਏ ਹੋਏ ਨੂੰ ਆਲਮੋਸਟ 9 ਸਾਲ ਹੋ ਗਏ ਨੇ ਅਤੇ ਮੈਂ ਐਜ਼ ਅ ਸਟੂਡੈਂਟ ਆਇਆ ਸੀਗਾ ਅਤੇ ਆਫਟਰ ਦੈਟ ਜਸਟ ਆਪਣਾ ਕੰਮ ਕੁੰਮ ਕਰਕੇ ਆਪਾਂ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ। ਕਿੰਨੇ ਸਾਲ ਹੋ ਗਏ ਤੁਹਾਨੂੰ ਆਇਆ ਨੂੰ? ਆਲਮੋਸਟ 9 ਸਾਲ ਹੋ ਗਏ ਸਰ। ਤੁਹਾਡੀ ਫੈਮਿਲੀ ਇੱਥੇ ਹੀ ਹੈ? ਨਹੀਂ, ਮੇਰੀ ਫੈਮਿਲੀ ਬੈਕ ਹੋਮ ਇੰਡੀਆ 'ਚ ਹੈ। ਤੁਸੀਂ ਇਕੱਲੇ ਰਹਿ ਰਹੇ? ਹਾਂਜੀ ਹਾਂਜੀ। ਓਕੇ ਠੀਕ ਹੈ। ਪ੍ਰਤੀਕ ਤੁਹਾਡੇ ਨਾਲ ਆਪਾਂ ਪੋਡਕਾਸਟ ਜਿਵੇਂ ਗੱਲ ਕੀਤੀ ਸੀ ਇਨਸਾਨ ਜਿਹੜੇ ਹੈਗੇ ਆ ਆਪਣੇ ਸਮਾਜ ਦੇ ਵਿੱਚ ਕਈ ਹੈਗੇ ਆ ਫੀਮੇਲ ਮੇਲ ਤੋਂ ਬਾਅਦ ਵੀ ਜਿਹੜਾ ਇੱਕ ਲਿੰਗ ਹੈਗਾ ਜੋ ਅਪਣਾਉਂਦੇ ਨਹੀਂ ਹੈਗੇ ਅਤੇ ਤੁਸੀਂ ਉਸ ਬਾਰੇ ਤੁਸੀਂ ਕੁਝ ਦੱਸਣਾ ਚਾਹੋਗੇ ਵੀ ਤੁਸੀਂ ਕਿਵੇਂ ਇਹਦੇ ਤੁਹਾਨੂੰ ਇਹ ਕਦੋਂ ਅਹਿਸਾਸ ਹੋਇਆ ਵੀ ਮੈਂ ਇੱਕ ਮੁੰਡਾ ਨਹੀਂ ਹਾਂ, ਮੈਂ ਇੱਕ ਕੁੜੀ ਹਾਂ, ਮੈਂ ਜਿਵੇਂ ਦਾ ਚਾਹੁੰਦਾ ਮੈਂ ਆਪਣੀ ਆਈਡੈਂਟੀਟੀ ਕਿਵੇਂ ਤੁਹਾਨੂੰ ਕਿਵੇਂ ਉਸ ਚੀਜ਼ ਦਾ ਕਦੋਂ ਰਿਅਲਾਈਜ਼ ਹੋਇਆ ਵੀ ਤੁਸੀਂ ਆਪਣੀ ਆਈਡੈਂਟੀਟੀ ਸ਼ੋ ਕਰੋ? ਜਿੱਦਾਂ ਸਾਡੇ ਸਮਾਜ 'ਚ ਬੜੀ ਇੱਕ ਕਹਿੰਦੇ ਨਾ ਕਿ ਜੇ ਤੇ ਮੁੰਡਾ ਹੈ ਉਹ ਮੁੰਡਾ ਨਾਲ ਹੀ ਖੇਲੂਗਾ, ਜੇ ਤਾਂ ਆਪਾਂ ਸਕੂਲ ਜਾਂਦੇ ਕੁੜੀਆਂ ਨੇ ਉਹਨਾਂ ਨੇ ਕੁੜੀਆਂ ਨਾਲ ਹੀ ਖੇਡਣਾ। ਅਤੇ ਸ਼ੁਰੂ ਦਾ ਇੱਦਾਂ ਦਾ ਸੀਗਾ ਕਿ ਮੇਰਾ ਕਦੇ ਵੀ ਉਹ ਇੰਟਰਸਟ ਨਹੀਂ ਹੋਇਆ ਕਿ ਜਿੱਥੇ ਮੈਂ ਮੁੰਡੇ ਕ੍ਰਿਕਟ ਖੇਲ ਰਹੇ ਆ ਅਤੇ ਮੈਂ ਉਹਨਾਂ ਦੇ ਨਾਲ ਜਾ ਕੇ ਕ੍ਰਿਕਟ ਖੇਲਾਂ। ਇਹ ਨਹੀਂ ਸੀਗਾ ਕਿ ਮੈਂ ਮੁੰਡਾ ਨਹੀਂ ਹਾਂ, ਯੈਸ ਮੈਂ ਮੁੰਡਾ ਹਾਂ, ਬਟ ਮੇਰੀ ਫੀਲਿੰਗਸ ਅਲੱਗ ਨੇ। ਮੈਂ
ਮੇਰੀ ਫੀਲਿੰਗਸ ਐਦਾਂ ਦੀ ਹੈ ਕਿ ਮੈਨੂੰ ਕੋਈ ਚਾਹੀਦਾ ਹੈ ਜਿਹੜਾ ਮੈਨੂੰ ਪੈਂਪਰ ਕਰੇ, ਤੇ ਮੈਨੂੰ ਮੇਰੀ ਫੀਲਿੰਗਸ ਟੂਵਰਡਸ ਮੁੰਡਾ ਹੈ ਇਨਫੈਕਟ ਕਿ ਜਿਹੜੀ ਸਾਡੇ ਸਮਾਜ 'ਚ ਕਹਿੰਦੇ ਆ ਇਹਨੂੰ, ਜੇ ਤਾਂ ਮੈਨੂੰ ਪਤਾ ਨਹੀਂ ਪੰਜਾਬੀ 'ਚ ਕੀ ਕਹਿੰਦੇ ਆ, ਬਟ ਇੰਗਲਿਸ਼ 'ਚ ਜਿੱਦਾਂ ਆਪਾਂ ਕਹਿੰਦੇ ਆ ਕਿ ਇਹ ਮੁੰਡਾ ਗੇ ਹੈ ਜਾਂ ਇਹ ਕੁੜੀ ਲੈਸਬੀਅਨ ਹੈ, ਤੇ ਉਹਦੇ 'ਚ ਇਹ ਨਹੀਂ ਹੁੰਦਾ ਕਿ ਅਸੀਂ ਮੁੰਡੇ ਨਹੀਂ ਹੈ ਜਾਂ ਅਸੀਂ ਥਰਡ ਜੈਂਡਰ ਨੂੰ ਬਿਲੋਂਗ ਕਰਦੇ ਆ, ਨਹੀਂ, ਇਹ ਐਦਾਂ ਨਹੀਂ ਹੁੰਦਾ। ਇਹ ਐਦਾਂ ਹੁੰਦਾ ਹੈ ਕਿ ਸਾਡੀ ਫੀਲਿੰਗਸ ਜਿਹੜੀ ਹੈ ਇਹ ਜਿਹੜੇ ਲੋਕ ਸਟ੍ਰੇਟ ਆਪਣੇ ਆਪ ਨੂੰ ਜਿਹੜੇ ਸਟ੍ਰੇਟ ਹੁੰਦੇ ਆ ਉਹਨਾਂ ਤੋਂ ਵੱਖ ਹੁੰਦੀ ਹੈ। ਸਿਰਫ ਜਿਵੇਂ ਆਪਣੇ ਸਮਾਜ ਦੇ ਵਿੱਚ ਸਟੀਰੀਓਟਾਈਪ, ਹਾਂ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਇਹ ਕੁੜੀ ਆ, ਇਹ ਕੁੜੀ ਘਰ ਦੇ ਕੰਮ ਹੀ ਕਰੂਗੀ, ਐਗਜ਼ੈਕਟਲੀ, ਤੇ ਮੁੰਡਾ ਹੈ ਤੇ ਮੁੰਡੇ ਬਾਹਰਲੇ ਹੀ ਕੰਮ ਕਰਨਗੇ। ਤੇ ਆਪਾਂ ਇੱਥੇ ਕੈਨੇਡਾ ਦੇ ਵਿੱਚ ਹੁਣ ਆਪਾਂ ਬੈਠੇ ਹਾਂ, ਤੇ ਆਪਾਂ ਪਹੁੰਚ ਤਾਂ ਗਏ ਕੈਨੇਡਾ, ਪਰ ਸਾਡੀ ਸੋਚ ਅਜੇ ਵੀ ਉੱਥੇ ਪਿਛੋਕੜ ਨੂੰ ਹੀ ਬਿਲੋਂਗ ਕਰਦੀ ਆ। ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਾਂ ਮੁੰਡੇ ਕੁੜੀ ਤੋਂ ਨਿਕਲ ਕੇ ਆਪਾਂ ਇਹ ਨਹੀਂ ਦੇਖਦੇ ਆਪਾਂ ਇਨਸਾਨ ਕੀ ਆ। ਐਗਜ਼ੈਕਟਲੀ। ਮੈਂ ਇਸ ਗੱਲ 'ਚ ਇੱਕ ਗੱਲ ਐਡ ਕਰਨਾ ਚਾਹੂੰਗਾ ਕਿ ਜਿੱਦਾਂ ਅੱਜ ਮੈਂ ਹਾਂ, ਮੈਂ ਇੱਕ ਲਾਈਵ ਚੈਨਲ 'ਤੇ ਬੈਠਾ ਔਰ ਮੈਂ ਸਮਝਦਾ ਕਿ ਇਟਸ ਮੇਰੇ ਲਈ ਬਹੁਤ ਵੱਡੀ ਬਲੈਸਿੰਗ ਮੈਂ ਕਹੂੰਗਾ ਕਿ ਅੱਜ ਮੈਂ 4 ਇੰਚ ਦੀ ਹੀਲ ਪਾ ਕੇ ਮੈਂ ਲਾਈਵ ਇੰਟਰਵਿਊ ਦੇ ਰਿਹਾ। ਮੇਰਾ ਮਕਸਦ ਸਿਰਫ ਇਹੀ ਹੈਗਾ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਜਿੱਦਾਂ ਦੇ ਵੀ ਆਪਾਂ ਹੈਗੇ ਆ, ਆਪਾਂ ਇਨਸਾਨ ਆ। ਬਿਲਕੁਲ, ਇਟਸ ਨਾਟ ਲਾਈਕ ਕਹਿੰਦੇ ਆ ਇਹ ਬਿਮਾਰੀ ਨਹੀਂ ਹੈ, ਇਹ ਇੰਡੀਵਿਜੂਅਲੀ ਆਇਡੈਂਟੀਟੀ ਹੈ। ਯਾ ਮੈਂ ਤੁਹਾਨੂੰ ਇੱਕ ਬੜਾ ਹੀ ਅੱਛਾ ਐਗਜ਼ਾਮਪਲ ਦਊਂਗਾ। ਹਾਲੇ ਮੈਂ ਪਿੱਛੇ ਵੈਂਕੂਵਰ ਗਿਆ ਹੋਇਆ ਸੀਗਾ ਤੇ ਉੱਥੇ ਮੈਨੂੰ ਸੁਣਨ ਵਿੱਚ ਆਇਆ ਕਿ ਕਿਸੇ ਨੇ ਕਿਸੇ ਦੇ ਨਾਲ ਗੱਲ ਕੀਤੀ ਕਿ ਇਹ ਬੰਦਾ ਰੱਬ ਉੱਦਾਂ ਨਹੀਂ ਬਣਾਉਂਦਾ, ਇਹ ਤੁਹਾਡੀ ਖੁਦ ਦੀ ਚੋਇਸ ਹੁੰਦੀ ਹੈ, ਤੁਸੀਂ ਤੁਹਾਡੀ ਸੋਚ ਬਣਾਉਂਦੀ ਹੈ ਕਿ ਤੁਸੀਂ ਕਿੱਦਾਂ ਬਣਨਾ ਚਾਹੁੰਦੇ ਹੋ। ਅੱਜ ਮੈਂ ਉਸ ਸ਼ੂਜ਼ 'ਚ ਮੈਂ ਖੜਾ, ਮੈਂ ਵੀ ਚਾਹੁੰਦਾ ਸੀਗਾ ਕਿ ਮੈਨੂੰ ਸਮਾਜ ਉਸ ਵੱਲੋਂ ਦੇਖੇ ਕਿ ਲੋਕ ਮੈਨੂੰ ਦੇਖ ਕੇ ਮੁਸਕਰਾਉਣ ਨਾ, ਹੱਸਣ ਨਾ, ਮੈਨੂੰ ਵੱਖ-ਵੱਖ ਨਾਂ ਤੋਂ ਬੁਲਾਵਣ ਨਾ। ਜਿਹੜੀ ਜਿੱਦਾਂ ਤੁਸੀਂ ਕਹਿੰਦੇ ਹੋ ਨਾ, ਸਕੂਲ ਇੰਡੀਆ ਤੁਸੀਂ ਸਕੂਲ ਜਾਂਦੇ ਹੋ, ਤੁਹਾਨੂੰ ਕਲਾਸਮੇਟ ਹੁੰਦੇ ਆ, ਤੁਹਾਡੇ ਸੀਨੀਅਰ ਹੁੰਦੇ ਆ, ਤੁਹਾਨੂੰ ਇੰਨੇ ਵੱਖ-ਵੱਖ ਨਾਮਾਂ ਨਾਲ ਬੁਲਾਉਂਦੇ ਆ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਸੱਚੀ ਅਸੀਂ ਇੰਨੇ ਡਿਫਰੈਂਟ ਆ ਕਿ ਲੋਕ ਸਾਨੂੰ ਸਮਾਜ 'ਚ ਐਕਸੈਪਟ ਵੀ ਨਹੀਂ ਕਰ ਸਕਦੇ, ਰਾਈਟ। ਤੇ ਉਹ ਮੈਂ ਉਨ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਬਿਮਾਰੀ ਨਹੀਂ ਹੈ। ਆਪਾਂ ਜਦ ਅਸੀਂ ਜਨਮ ਲਿੱਤਾ ਸੀਗਾ ਆਪਾਂ ਤਦ ਦੇ ਇੱਦਾਂ ਦੇ ਹੀ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਅੱਜ ਮੈਂ ਜੇ ਤਾਂ ਮੁੰਡਾ ਹਾਂ ਕਿ ਮੇਰਾ ਵਿਆਹ ਕਿਸੇ ਮੁੰਡੇ ਨਾਲ ਹੋਏ, ਉਹ ਕੋਈ ਵੀ ਨਹੀਂ ਚਾਹੂਗਾ। ਔਰ ਸਪੈਸ਼ਲੀ ਜਿਸ ਸਮਾਜ ਨੂੰ ਅਸੀਂ ਬਿਲੋਂਗ ਕਰਦੇ ਹਾਂ, ਇੱਕ ਇੰਡੀਅਨ ਸਮਾਜ ਵਿੱਚ ਇਹ ਬਹੁਤ ਵੱਡਾ ਇੱਕ ਜਿੱਦਾਂ ਕਹਿੰਦੇ ਆ ਟੈਬੂ ਹੈਗਾ ਕਿ ਤੁਸੀਂ ਗੇ ਹੋ ਤੇ ਤੁਸੀਂ ਗੇਇਜ਼ਮ ਨੂੰ ਬਾਹਰ ਨਹੀਂ ਲੈ ਕੇ ਆ ਸਕਦੇ। ਅੱਜ ਮੈਂ ਦੱਸਾਂ ਤੇ ਕਿੰਨੇ ਇੱਦਾਂ ਦੇ ਲੋਕ ਵੀ ਨੇ ਜਿਨ੍ਹਾਂ ਨੇ ਵਿਆਹ ਕਰਾਏ ਹੋਏ ਆ, ਬਟ ਉਹ ਖੁੱਲ ਕੇ ਬਾਹਰ ਨਹੀਂ ਆ ਸਕੇ ਬਿਕਾਜ਼ ਉਹ ਸਮਾਜ ਤੋਂ ਡਰਦੇ ਸੀਗੇ। ਮੈਂ ਪ੍ਰਤੀਕ ਤੁਹਾਨੂੰ ਇਸ ਗੱਲ ਤੇ ਮੈਂ ਮਾਣ ਮਹਿਸੂਸ ਕਰਦੀ ਹਾਂ ਵੀ ਤੁਸੀਂ ਇੰਨਾ ਵੱਡਾ ਕਰੇਜ ਲੈ ਕੇ, ਪਹਿਲਾਂ ਤੁਸੀਂ ਮੇਰੇ ਨਾਲ ਪੋਡਕਾਸਟ 'ਤੇ ਗੱਲ ਕੀਤੀ ਹੈ ਨਾ, ਅੱਜ ਤੁਸੀਂ ਟੀਵੀ 'ਤੇ ਆ ਰਹੇ ਆ। ਇੱਕ ਇਨਸਾਨ ਲਈ ਇੱਕ ਅੰਦਰ ਰਹਿਣਾ, ਹੁਣੀ ਆਪਾਂ ਪੈਂਡੈਮਿਕ ਦੇ ਵਿੱਚ ਕੁਆਰੰਟੀਨ ਦੇ ਵਿੱਚ ਰਹੇ ਹਾਂ, ਐਵਰੀਬਡੀ ਵਾਸ ਸੋ ਸਫੋਕੇਟਡ। ਸੇ ਉਹਨਾਂ ਨੂੰ ਫੀਲ ਸੋਚ ਕੇ ਦੇਖੋ, ਜਦੋਂ ਆਪਾਂ ਅੰਦਰ 4 ਦੀਵਾਰੀ ਦੇ ਵਿੱਚ ਬੰਦ ਹੁੰਦੇ ਆ, ਆਪਾਂ ਬਾਹਰ ਨਹੀਂ ਜਾ ਸਕਦੇ, ਆਪਾਂ ਕਿਵੇਂ ਮਹਿਸੂਸ ਕਰਦੇ ਹਾਂ। ਐਗਜ਼ੈਕਟਲੀ, ਆਈ ਐਮ ਪ੍ਰੀਟੀ ਸ਼ੋਰ ਵੀ ਤੁਹਾਡੇ ਨਾਲ ਵੀ ਇੱਕ ਅੰਦਰੂਨੀ ਤੌਰ ਤੇ ਵੀ ਤੁਸੀਂ ਵੀ ਇਵੇਂ ਹੀ ਫੀਲ ਕਰਦੇ ਹੋਵੋਗੇ ਵੀ ਮੈਂ ਸਮਾਜ ਇੱਕ ਤਰ੍ਹਾਂ ਦਾ ਪਿੰਜਰਾ ਹੈ, ਮੈਂ ਇਸ ਤੋਂ ਬਾਹਰ ਜਾਣਾ, ਲੋਕੀ ਮੈਨੂੰ ਐਵੇਂ ਹੀ ਲੈਣ ਜੋ ਮੈਂ ਹਾਂ, ਤੇ ਮੈਨੂੰ ਇੱਕ ਤਰ੍ਹਾਂ ਦੇ ਸਟੀਰੀਓਟਾਈਪ ਕੈਟਾਗਰੀਜ਼ ਦੇ ਵਿੱਚ ਨਾਲ। ਐਗਜ਼ੈਕਟਲੀ। ਤੇ ਜਦੋਂ ਮੈਂ ਇੱਦਾਂ ਦੀ ਗੱਲ ਕਰਾਂ ਕਿ ਮੈਂ ਜਿੱਦਾਂ ਅਸੀਂ ਬ੍ਰੌਡਕਾਸਟ 'ਚ ਵੀ ਗੱਲ ਕੀਤੀ ਸੀਗੀ ਕਿ ਮੈਨੂੰ ਇੱਦਾਂ ਦਾ ਲੱਗਦਾ ਹੈ ਕਿ ਜਿਹੜੀ ਸਾਡੀ ਥਿੰਕਿੰਗ ਹੈ ਉਹ ਹਾਲੇ ਵੀ ਉੱਥੇ ਹੀ ਹੈ ਜਿੱਥੇ ਲੋਕ, ਅੱਜ ਮੈਂ ਕਹਾਂ ਕਿ 30 ਸਾਲ ਪਹਿਲੇ ਉਹ ਕੈਨੇਡਾ ਆ ਤੇ ਗਏ ਸੀਗੇ, ਬਟ ਉਹ 30 ਸਾਲਾਂ ਵਾਲੀ ਸੋਚ ਉਹ ਜਿੰਨੇ ਸਾਲਾਂ ਦੇ ਉੱਥੇ ਆਏ ਸੀਗੇ ਉਹ ਇੱਥੇ ਹੀ ਆਈ ਹੈ। ਬਟ ਉਹਨਾਂ ਨੇ ਬਾਹਰ ਆ ਕੇ ਇਹ ਨਹੀਂ ਦੇਖਿਆ ਕਿ ਬਾਹਰ ਹਾਂ ਬੰਦਿਆਂ ਨੇ ਪੈਸੇ ਕਮਾ ਲਏ, ਵੱਡੇ ਵੱਡੇ ਬੰਗਲੇ ਲੈ ਲਏ, ਬਟ ਉਹਨਾਂ ਦੀ ਸੋਚ ਉੱਥੇ ਦੀ ਉੱਥੇ ਹੀ ਰਹਿ ਗਈ। ਸੋਚ ਅਜੇ ਪਿਛੋਕੜ। ਹਾਂਜੀ, ਕਿ ਅੱਜ ਵੀ ਜੇ ਤਾਂ ਮੈਂ ਬਾਹਰ ਜਾਵਾਂ, ਅੱਜ ਮੈਂ ਇੱਥੇ ਜਿਸ ਵੀ ਡਰੈਸਅਪ ਹੋ ਕੇ ਜਾਂ ਜਿਸ ਵੀ ਰੂਪ 'ਚ ਬੈਠਾ, ਮੈਂ ਇੱਦਾਂ ਜੇ ਤਾਂ ਪਾਰਟੀਆਂ 'ਤੇ ਜਾਵਾਂ, ਅੱਜ ਵੀ ਲੋਕ ਹੁੰਦੇ ਆ ਜਿਹੜੇ ਮੇਰੇ ਪਿੱਠ ਪਿੱਛੋਂ ਮੇਰੇ ਉੱਤੇ ਹੱਸਦੇ ਨੇ ਕਿ ਇਹ ਮੁੰਡਾ ਹੋ ਕੇ ਇਹਨੇ 4 ਇੰਚ ਦੀ ਹੀਲ ਪਾਈ ਹੋਈ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਮੇਰੀ ਪਰਸਨੈਲਿਟੀ ਹੈ ਕਿ ਮੈਂ ਕਿੱਦਾਂ ਆਪਣੇ ਆਪ ਨੂੰ ਕੈਰੀ ਕਰਨਾ ਚਾਹੁੰਦਾ, ਮੇਰੀ ਲਾਈਕਿੰਗ ਹੈ ਕਿ ਮੈਂ ਆਪਣੇ ਆਪ ਨੂੰ ਕਿੱਦਾਂ ਰੱਖਣਾ ਚਾਹੁੰਦਾ, ਤੇ
ਉਦਾਂ ਹੀ ਮੈਂ ਆਪਣੀ ਲਾਈਫ ਜੀਣਾ ਚਾਹੁੰਦਾ। ਮੈਂ ਇੱਕ ਦੱਬ ਕੇ ਨਹੀਂ ਜੀਣਾ ਚਾਹੁੰਦਾ। ਐਂਡ ਸਪੈਸ਼ਲੀ ਮੈਂ ਕਹਿੰਦਾ ਕਿ ਤੁਹਾਨੂੰ ਬੂਸਟ ਤਦ ਆਉਂਦਾ ਹੈ ਜਦ ਤੁਹਾਡਾ ਪਰਿਵਾਰ ਤੁਹਾਡੇ ਸਾਥ ਹੁੰਦਾ ਹੈ। ਜਦ ਪਰਿਵਾਰ ਦੀ ਗੱਲ ਕਰੋ, ਪਰਿਵਾਰ ਵਿੱਚ ਸਿਰਫ ਮਾਂ-ਬਾਪ ਨਹੀਂ ਹੁੰਦੇ, ਤੁਹਾਡੇ ਚਾਚੇ ਤਾਏ, ਤੁਹਾਡੇ ਭਾਈ ਭੈਣ ਸਾਰੇ ਇਕੱਠੇ ਹੁੰਦੇ ਆ ਤਾਂ ਹੀ ਤੁਹਾਡਾ ਇੱਕ ਪਰਿਵਾਰ ਬਣਦਾ। ਜਦ ਮੈਂ ਅੱਜ ਤੋਂ 6 ਸਾਲ ਪਹਿਲੇ ਆਪਣੇ ਮਾਪਿਓ ਦੇ ਅੱਗੇ ਗਿਆ ਤੇ ਮੈਂ ਆਪਣੇ ਮਾਪਿਓ ਨੂੰ ਦੱਸਿਆ ਕਿ ਮੇਰੇ ਅੰਦਰ ਇਹ ਕਮੀ ਹੈਗੀ ਹੈ, ਮੈਂ ਕੁੜੀ ਨਾਲ ਨਹੀਂ ਵਿਆਹ ਕਰਾਉਣਾ ਬਟ ਮੈਂ ਇੱਕ ਮੁੰਡੇ ਨਾਲ ਵਿਆਹ ਕਰਾਉਣਾ। ਓਕੇ, ਮੈਂ ਤੁਹਾਨੂੰ ਇੱਥੇ ਰੋਕਣਾ ਚਾਹੁੰਦੀ, ਪਹਿਲਾਂ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਪਿੱਛੇ ਜਾਣਾ ਚਾਹੁੰਦੀ ਹਾਂ। ਇਸ ਤੋਂ ਪਹਿਲਾਂ ਜਿੱਥੋਂ ਤੁਹਾਨੂੰ ਅਹਿਸਾਸ ਹੋਇਆ ਵੀ ਆਮ ਨਾਟ ਅ ਬॉय, ਤੁਹਾਨੂੰ ਕਦੋਂ ਅਹਿਸਾਸ ਹੋਇਆ? ਤੁਸੀਂ ਕਿਸ ਸਟੇਜ ਤੇ ਸੀ ਤੇ ਤੁਸੀਂ ਉਸ ਨੂੰ ਕਿਵੇਂ ਆਪਣੇ ਆਪ ਨੂੰ ਅਡੈਪਟ, ਕਿਵੇਂ ਆਪਣੇ ਆਪ ਨੂੰ ਸਮਝਿਆ? ਇੱਕ ਅਗੇਨ ਇੱਕ ਸਾਡੇ ਕਲਚਰ ਵਿੱਚ ਇਹ ਬਹੁਤ ਹੈਗਾ ਕਿ ਇਫ ਅ ਪਰਸਨ ਇਜ਼ ਗੇ, ਉਹ ਬॉय ਨਹੀਂ ਹੈ। ਮੈਂ ਤੁਹਾਨੂੰ ਇੱਥੇ ਕਲੀਅਰ ਕਰਨਾ ਚਾਹੂੰਗਾ। ਯਾ ਐਗਜ਼ੈਕਟਲੀ, ਤੇ ਯਾ ਐਗਜ਼ੈਕਟਲੀ ਜਿਹੜੇ ਅਸੀਂ ਹੈ, ਅਸੀਂ ਵੀ ਬॉय ਹੈਗੇ ਆ। ਜੇ ਤਾਂ ਮੈਂ ਚਾਹਾਂ ਮੈਂ ਕੁੜੀ ਨਾਲ ਵਿਆਹ ਕਰਾ ਕੇ ਮੈਂ ਬੱਚਾ ਵੀ ਪੈਦਾ ਕਰ ਸਕਦਾ, ਇਨ ਵੈਰੀ ਸਪਸ਼ਟ ਜਿਹੜੀ ਲੈਂਗੁਏਜ ਹੁੰਦੀ ਉਹਦੇ ਵਿੱਚ ਮੈਂ ਦੱਸੂਗਾ। ਸਿਰਫ ਇਹ ਹੁੰਦੀ ਹੈ ਕਿ ਸਾਡੀ ਜਿਹੜੀ ਫੀਲਿੰਗ ਹੈ ਉਹ ਵੱਖ ਹੈਗੀ। ਮੈਂ ਨਹੀਂ, ਮਤਲਬ ਮੇਰੀ ਇਹ ਫੀਲਿੰਗ ਨਹੀਂ ਹੈ ਕਿ ਮੈਂ ਕਿਸੇ ਕੁੜੀ ਨਾਲ ਵਿਆਹ ਕਰਾਵਾਂ ਤੇ ਮੇਰੇ ਨਿਆਣੇ ਹੋਣ, ਬਟ ਮੇਰੀ ਫੀਲਿੰਗ ਇੱਦਾਂ ਦੀ ਹੈ ਕਿ ਮੇਰੀ ਕਿਸੇ ਮੁੰਡੇ ਨਾਲ ਵਿਆਹ ਹੋਏ, ਜਿਹੜਾ ਮੁੰਡਾ ਮੇਰੇ ਨਾਲ ਉਦਾਂ ਹੀ ਚੱਲੇ ਜਿੱਦਾਂ ਇੱਕ ਸਮਾਜ 'ਚ ਹਸਬੈਂਡ ਐਂਡ ਵਾਈਫ ਚੱਲਦੇ ਨੇ, ਰਾਈਟ? ਸਾਡੀ ਲਾਈਕ ਜਿੱਦਾਂ ਲੋਕ ਹੈ ਉਹ ਸਾਨੂੰ ਇਹ ਵੀ ਸੋਚਦੇ ਹਨ ਸ਼ਾਇਦ ਅਸੀਂ ਟਰਾਂਸਜੈਂਡਰ ਹੈ। ਜਿੱਦਾਂ ਮੈਂ ਤੁਹਾਨੂੰ ਲੈ ਕੇ ਜਾਵਾਂ ਆਪਣੇ ਇੰਡੀਆ, ਜਿੱਦਾਂ ਅਸੀਂ ਕੀ ਕਹਿੰਦੇ ਆ ਜਿਹੜੇ ਵਿਆਹ ਸ਼ਾਦੀਆਂ 'ਚ ਨੱਚਦੇ ਆ, ਰਾਈਟ? ਆਪਾਂ ਉਹ ਨਹੀਂ ਹੈਗੇ, ਉਹ ਇੱਕ ਵੱਖ ਟਰਾਂਸਜੈਂਡਰ ਹੈ। ਯਾ ਜਿਹੜਾ ਗੇ ਲੈਸਬੀਅਨ ਹੈਗਾ ਉਹ ਇਹ ਹੈਗਾ ਕਿ ਉਹ ਮੁੰਡਾ ਹੋ ਕੇ ਇੱਕ ਮੁੰਡੇ ਨੂੰ ਪਿਆਰ ਕਰਦਾ, ਇੱਕ ਕੁੜੀ ਹੋ ਕੇ ਇੱਕ ਕੁੜੀ ਦੇ ਨਾਲ ਉਹਦੀ ਫੀਲਿੰਗਸ ਹੈਗੀ ਆ। ਮੈਂ ਸਮਝਦੀ ਹਾਂ ਬਟ ਮੈਨੂੰ ਇਹ ਵੀ ਯਾ ਐਗਜ਼ੈਕਟਲੀ, ਹਾਂਜੀ ਕਲੈਰਿਟੀ ਹੋਵੇ। ਐਗਜ਼ੈਕਟਲੀ, ਤੇ ਮੈਂ ਸੱਚੀ ਬੜਾ ਹੀ ਮਾਣ ਸਮਝਦਾ ਤੁਹਾਡਾ ਕਿ ਅੱਜ ਤੁਸੀਂ ਇੰਨੇ ਵੱਡੇ ਬ੍ਰੌਡਕਾਸਟ ਕੀਤਾ, ਤੁਸੀਂ ਉਹਦੇ ਬਾਅਦ ਇੰਨੇ ਵੱਡੇ ਚੈਨਲਸ 'ਚ ਆਪਾਂ ਇਸ ਬਾਰੇ 'ਚ ਗੱਲ ਕਰ ਰਹੇ ਨੇ ਕਿ ਅੱਜ ਦੇ ਟਾਈਮ 'ਚ ਇਹ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਬਿਕਾਜ਼ ਮੈਂ ਦੇਖਿਆ ਕਿ ਕਿੰਨੇ ਨਿਆਣੇ ਨੇ ਜਿਹੜੇ ਡਿਪਰੈਸ਼ਨ ਵਿੱਚ ਜਾਂਦੇ ਆ, ਜਿਹੜੇ ਗੋਲੀਆਂ ਖਾ ਕੇ ਮਰਦੇ ਆ, ਜੇ ਕੁਝ ਐਦਾਂ ਦੇ ਵੀ ਬੰਦੇ ਆ ਜਿਨ੍ਹਾਂ ਨੇ ਵਿਆਹ ਨਹੀਂ ਕਰਾਉਣਾ ਬਟ ਉਹਨਾਂ ਨੇ ਕਰਾਉਣਾ ਪੈਂਦਾ ਹੈ ਬਿਕਾਜ਼ ਆਫ ਸਮਾਜ, ਪੇਰੈਂਟਸ ਦੇ ਪ੍ਰੈਸ਼ਰ, ਐਗਜ਼ੈਕਟਲੀ ਸਾਰਿਆਂ ਦੇ ਪ੍ਰੈਸ਼ਰ ਦਾ ਕਰਕੇ ਉਹਨਾਂ ਨੂੰ ਉਹ ਜੀਵਨ ਜਿਉਣਾ ਪੈਂਦਾ ਹੈ ਜਿਹੜਾ ਕਿ ਸਮਾਜ ਚਾਹੁੰਦਾ, ਉਹ ਜੀਵਨ ਨਹੀਂ ਜੋ ਕਿ ਉਹ ਆਪ ਚਾਹੁੰਦਾ। ਯਾ ਤੇ ਅੱਛਾ ਪ੍ਰਤੀਕ, ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਕਹਿੰਦੇ 6 ਸਾਲ ਪਹਿਲਾਂ ਆਪਣੇ ਪੇਰੈਂਟਸ ਨੂੰ ਤੁਸੀਂ ਦੱਸਿਆ, ਆਮ ਪ੍ਰੀਟੀ ਸ਼ੋਰ ਤੁਹਾਡੇ ਪੇਰੈਂਟਸ ਤੁਹਾਨੂੰ ਪੂਰੀ ਸਪੋਰਟ ਕਰਦੇ ਆ ਐਂਡ ਆਮ ਵੈਰੀ ਪ੍ਰਾਊਡ ਆਫ them ਐਂਡ ਆਮ ਸੋ ਬਲੈਸਡ, ਹੈ ਨਾ, ਵੀ ਜਿਵੇਂ ਵੀ ਉਹਨਾਂ ਨੇ ਤੁਹਾਨੂੰ ਐਕਸੈਪਟ ਕੀਤਾ, ਬਟ ਤੁਸੀਂ ਬੱਚੇ ਉਹਨਾਂ ਦੇ, ਸੋ no parents wants their child to go। ਪਰ ਤੁਹਾਡੇ ਬਾਕੀ ਰਿਸ਼ਤੇਦਾਰਾਂ ਦਾ ਕਿਵੇਂ ਰਿਸਪੌਂਸ ਸੀਗਾ ਉਸ ਦੇ ਪ੍ਰਤੀ? ਜਦ ਮੈਂ ਐਕਚੁਅਲੀ ਮੇਰੀ ਬੂਆ ਦੀ ਕੁੜੀ ਹੈ ਜਿਹੜੇ ਮੇਰੇ ਬਹੁਤ ਹੀ ਕਲੋਜ਼ ਹੈਗੀ ਆ, ਤੇ ਉਹ US ਰਹਿੰਦੀ ਸੀਗੀ ਉਸ ਟਾਈਮ। ਮੇਰੇ ਮਾਪਿਓ ਲਖਨਊ ਗਏ, ਮੇਰਾ ਨਾਨਕਾ ਲਖਨਊ ਹੈ, ਤੇ ਉੱਥੇ ਗਏ ਤੇ ਉਹਨਾਂ ਨੇ ਮੇਰੇ ਲਈ ਕੁੜੀ ਦੇਖੀ ਤੇ ਉਹਨਾਂ ਨੂੰ ਐ ਸੀਗਾ ਕਿ ਮੈਂ ਉਹਦੇ ਨਾਲ ਵਿਆਹ ਕਰਾ ਲਾਂ। ਤੇ ਜਦ ਉਹਨਾਂ ਨੇ ਸਾਰਾ ਕੁਝ ਫਾਈਨਲ ਕਰਤਾ ਤੇ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਕਿ ਦੀਦੀ ਮੈਂ ਵਿਆਹ ਨਹੀਂ ਕਰਾਉਣਾ, ਤੇ ਉਹਨੂੰ ਲੱਗਿਆ ਵਿਆਹ ਕਿਉਂ ਨਹੀਂ ਕਰਾਉਣਾ, ਤੇ ਮੈਂ ਦੱਸਿਆ ਉਹਨੂੰ ਕਿ ਦੀਦੀ ਮੈਂ ਵੱਖ ਹਾਂ, ਮੈਂ ਉਹ ਨਹੀਂ ਹੈਗਾ ਜਿਹੜੇ ਮੇਰੇ ਮਾਪਿਓ ਮੈਨੂੰ ਸਮਝਦੇ। ਮੈਂ ਨਹੀਂ ਚਾਹੁੰਦਾ ਕਿ ਮੈਂ ਇੱਕ ਕੁੜੀ ਨਾਲ ਵਿਆਹ ਕਰਾ ਲਾਂ ਤੇ ਉਹਨੂੰ ਮੈਂ ਘਰ ਲਿਆਵਾਂ ਬਟ ਮੈਂ ਉਹਨੂੰ ਉਹ ਖੁਸ਼ੀ ਨਹੀਂ ਦੇ ਪਾਵਾਂ ਜਿਹੜੀ ਉਹ ਆਪਣਾ ਘਰ ਛੱਡ ਕੇ ਮੇਰੇ ਘਰ ਆਈ ਸੀਗੀ ਸੋਚ ਕੇ ਕਿ ਮੈਂ ਉਹਨੂੰ ਉਹ ਖੁਸ਼ੀ ਦੇ ਸਕੂੰਗਾ। ਐਗਜ਼ੈਕਟਲੀ, ਤੁਸੀਂ ਕਹਿੰਦੇ ਵੀ ਕਿਸੇ ਦੀ ਹੋਰ ਮੈਂ ਜ਼ਿੰਦਗੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸੀਗਾ। ਫਿਰ ਮੇਰੀ ਭੈਣ ਨੇ ਮੇਰੀ ਮੰਮੀ ਦੇ ਨਾਲ ਗੱਲ ਕੀਤੀ ਤੇ ਮੇਰੀ ਮੰਮੀ ਨੇ ਮੈਨੂੰ ਫੋਨ ਕੀਤਾ ਕਿ ਇੱਦਾਂ ਤੇਰੀ ਭੈਣ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ ਇਹ ਕਿਹਾ। ਉਸ ਟਾਈਮ ਮੇਰੀ ਮਾਪਿਓ ਨੇ ਮੈਨੂੰ ਕੁਝ ਨਹੀਂ ਕਿਹਾ, ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਹਾਂ ਥੋੜਾ ਸੈਡ ਲੱਗਦਾ, ਤੂੰ ਵਿਆਹ ਕਰਾ ਲੈ, ਸਾਰਾ ਕੁਝ ਠੀਕ ਹੋ ਜਾਏਗਾ। ਇੱਕ ਸਾਡੇ ਸਮਾਜ 'ਚ ਇਹ ਬਹੁਤ ਹੈਗਾ ਕਿ ਜੇ ਤਾਂ ਤੂੰ ਵਿਆਹ ਕਰਾ ਲੂਗਾ ਸਾਰਾ ਕੁਝ ਠੀਕ ਹੋ ਜਾਏਗਾ। ਮੈਂ ਨਹੀਂ ਕਹਿੰਦਾ ਕਿ ਵਿਆਹ ਕਰਾਉਣ 'ਚ ਸਾਰਾ ਕੁਝ ਠੀਕ ਹੋ ਜਾਏਗਾ, ਤੁਹਾਡੀ ਫੀਲਿੰਗ ਤੇ ਨਹੀਂ ਬਦਲ ਜਾਊਗੀ ਕਿ ਜੇ ਤਾਂ ਤੁਸੀਂ ਵਿਆਹ ਕਰਾ ਲਿਆ। ਇਟਸ ਨਾਟ ਪ੍ਰਤੀਕ ਵੀ ਤੁਸੀਂ ਨਹੀਂ ਕਹਿੰਦੇ, ਕਈ ਆਪਣੇ ਇਨਸਾਨ ਦੇ ਵਿੱਚ ਕਈ ਮੁੰਡੇ ਵੀ ਆ ਜਿਹਨੂੰ ਕਹਿੰਦੇ ਨੇ ਕਈ ਵੇਲੇ ਵਿਗੜੇ ਹੋਏ ਹੁੰਦੇ ਆ ਤੇ ਉਹਨਾਂ ਦੇ ਪੇਰੈਂਟਸ ਵੀ ਐਵੇਂ ਕਹਿੰਦੇ ਆ ਤੁਸੀਂ ਇਹਦਾ ਵਿਆਹ ਕਰ ਦਿਓ, ਵਿਆਹ ਤੋਂ ਬਾਅਦ ਠੀਕ ਹੋ ਜਾਊਗਾ। ਇਹ ਨਹੀਂ ਪਤਾ ਕਿ ਜਿਸ ਦੇ ਨਾਲ ਵਿਆਹ ਹੋਣਾ ਉਹ ਕੀ ਚੀਜ਼ਾਂ ਨਾਲ ਗੁਜ਼ਰੇਗੀ।
ਐਗਜ਼ੈਕਟਲੀ ਉਹ ਅਹਿਸਾਸ ਨਹੀਂ Yeah, ਕਰਦੇ ਨਹੀਂ ਕਰਦੇ। ਉਹਨਾਂ ਦਾ ਫੋਕਸ ਹੁੰਦਾ ਵੀ ਅਸੀਂ ਸਮਾਜ ਦੇ ਵਿੱਚ ਜਿੱਥੇ ਰਹਿੰਦੇ ਆ Yeah. ਅਸੀਂ ਉੱਥੇ ਹੀ ਖੜੇ ਰਹੀਏ, ਸਾਡਾ ਰੁਤਬਾ ਜੋ ਆਲੇ ਦੁਆਲੇ ਬਣਿਆ ਹੋਇਆ ਆ ਸਾਡਾ ਉਵੇਂ ਹੀ ਬਣਿਆ ਐਗਜ਼ੈਕਟਲੀ। ਤਾਂ ਫਿਰ ਉਸ ਟਾਈਮ ਮੈਂ ਮੰਮੀ ਨੂੰ ਸਮਝਾਇਆ ਕਿ ਨਹੀਂ ਮੰਮੀ ਐਦਾਂ ਨਹੀਂ ਹੁੰਦਾ ਕਿ ਜੇ ਤਾਂ ਮੈਂ ਵਿਆਹ ਕਰਾ ਲਿਆ ਤਾਂ ਸਾਰਾ ਕੁਝ ਠੀਕ ਹੋ ਜਾਏਗਾ। ਤੇ ਉਸੇ ਈਅਰ ਐਂਡ 'ਚ ਮੈਂ ਇੰਡੀਆ ਗਿਆ ਆਪਣੇ ਮਾਂ ਪਿਓ ਨੂੰ ਮਿਲਣ, ਤੇ ਮੇਰੀ ਮਾਂ ਨੇ ਮੈਨੂੰ ਬਿਠਾਇਆ ਤੇ ਉਹਨਾਂ ਨੇ ਮੈਨੂੰ ਸਿਰਫ ਇੰਨਾ ਪੁੱਛਿਆ ਕਿ ਜਿੱਦਾਂ ਮੈਨੂੰ ਘਰ ਸੋਨੂੰ ਸੱਦਦੇ ਨੇ, ਤੇ ਉਹਨਾਂ ਨੇ ਕਿਹਾ ਸੋਨੂੰ ਮੈਨੂੰ ਬਹਿ ਕੇ ਦੱਸ ਕਿ ਐਗਜ਼ੈਕਟਲੀ ਇਹ ਚੀਜ਼ ਕੀ ਹੈ, ਬਿਕਾਜ਼ ਉਹਨਾਂ ਦੇ ਲਈ ਇਸ ਚੀਜ਼ ਦੀ ਕੋਈ ਕੋਈ ਐਜੂਕੇਸ਼ਨ ਨਹੀਂ ਸੀਗੀ ਉਹਨਾਂ ਨੂੰ, ਰਾਈਟ? ਉਹਨਾਂ ਲਈ ਇਹ ਸਾਰਾ ਕੁਝ ਇੱਕ ਨਈ ਚੀਜ਼ ਸੀਗੀ। ਥੈਂਕ ਯੂ, ਤੁਸੀਂ ਰਾਈਟ ਕਿਹਾ ਵੀ ਇਹਦੀ ਐਜੂਕੇਸ਼ਨ ਜਦੋਂ ਆਪਾਂ ਦੱਸਾਂਗੇ ਨਹੀਂ ਕਿਸੇ ਨੂੰ, ਕਿਵੇਂ ਕਿਸੇ ਨੂੰ ਪਤਾ ਲੱਗੂਗਾ? ਇਹ ਸਕੂਲਾਂ ਵਿੱਚ ਤਾਂ ਪੜਾਇਆ ਨਹੀਂ ਜਾਂਦਾ, ਰਾਈਟ? ਕਿਉਂਕਿ ਜੇ ਸਕੂਲਾਂ 'ਚ ਨਹੀਂ ਪੜਿਆ ਜਾਂਦਾ, ਆਪਾਂ ਐਜ਼ ਖੇਤ ਜਦੋਂ ਆਪਾਂ ਪੜ੍ਹਦੇ ਆ ਆਪਾਂ ਨੂੰ ਉਹਦੀ ਨੌਲੇਜ ਨਹੀਂ ਹੈ। ਕਿਤਾਬਾਂ ਦੇ ਵਿੱਚ ਪੜ੍ਹਦੇ ਆ, ਜਿਵੇਂ ਆਪਾਂ ਤਾਂ ਪੜ੍ਹਿਆ ਨਹੀਂ, ਕਿਤਾਬਾਂ ਦੇ ਵਿੱਚ ਇਹ ਪੜ੍ਹਿਆ ਤੇ ਆਪਾਂ ਉਸੇ ਹੀ ਨਜ਼ਰੀਏ ਨਾਲ ਜਿਹੜਾ ਕਿ ਥਰਡ ਜੈਂਡਰ ਜਿਹੜਾ ਜਿਵੇਂ ਤੁਸੀਂ LGBTQ ਜਿਹਨੂੰ ਤੇ ਉਹਨੂੰ ਉਹਦੇ ਬਾਰੇ ਨੌਲੇਜ ਨਹੀਂ, ਉਹਨੂੰ ਆਪਾਂ ਉਵੇਂ ਦੇਖਦੇ ਵੀ ਇਹ ਗਲਤ ਹੀ ਆ। ਜਿਵੇਂ ਕਹਿੰਦੇ ਬੱਚਾ ਛੋਟਾ ਹੁੰਦਾ, ਜਿਵੇਂ ਜਿਵੇਂ ਵੱਧਦਾ ਜਾਂਦਾ ਆਪਾਂ ਨੂੰ ਹਰ ਇੱਕ ਚੀਜ਼ ਤੇ ਟੋਕਦੇ ਆ, ਨਾ ਨਾ ਨਾ। ਇੱਥੇ ਵੀ ਇਸੇ ਤਰ੍ਹਾਂ ਦਾ ਇੱਕ ਸਮਝ ਲਓ ਫੁੱਲ ਸਟਾਪ ਹੀ ਲਾਇਆ ਜਾਂਦਾ ਵੀ ਇਹਦੀ ਐਜੂਕੇਸ਼ਨ ਹੈ ਨਹੀਂ ਤੇ ਇਹਦਾ ਮਤਲਬ ਨਹੀਂ ਹੈ, ਡੋਨਟ ਡੂ ਇਟ। ਤੇ ਜਦ ਮੈਂ ਗਿਆ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਐਗਜ਼ੈਕਟਲੀ ਇਹ ਚੀਜ਼ ਕੀ ਹੈ, ਤੇ ਮੈਂ ਆਪਣੇ ਮਾਪਿਆਂ ਨੂੰ ਸਮਝਾਇਆ ਕਿ ਇਹ ਸਿਰਫ ਇਹੀ ਹੁੰਦਾ ਕਿ ਤੁਹਾਡੀ ਫੀਲਿੰਗ ਇੱਕ ਕੁੜੀ ਵੱਲੋਂ ਨਹੀਂ ਹੈ, ਤੁਹਾਡੀ ਇੱਕ ਫੀਲਿੰਗ ਮੁੰਡੇ ਲਈ ਹੈ। ਉਹ ਦਿਨ ਜਾਏ, ਅੱਜ ਦਾ ਦਿਨ ਆਏ, ਮੇਰੇ ਮਾਪਿਆਂ ਨੇ ਮੈਨੂੰ ਕਦੇ ਕੁਝ ਨਹੀਂ ਪੁੱਛਿਆ ਉਸ ਬਾਰੇ 'ਚ। ਅੱਜ ਉਹ ਇਹੀ ਕਹਿੰਦੇ ਆ ਕਿ ਸੋਨੂੰ ਤੈਨੂੰ ਇੰਨੇ ਸਾਲ ਹੋ ਗਏ, ਤੂੰ 32 ਸਾਲਾਂ ਦਾ ਹੋ ਗਿਆ, ਹੁਣ ਕੋਈ ਲੱਭ ਤੇ ਤੂੰ ਸੈੱਟ ਹੋ। ਤੇ ਜਦ ਤੁਹਾਡੇ ਮਾਪਿਓ ਐਦਾਂ ਦੀ ਗੱਲ ਕਰਦੇ ਨਾ, ਤੁਹਾਡਾ ਸੀਨਾ ਚੌੜਾ ਹੋ ਜਾਂਦਾ ਹੈ ਕਿ ਉਹ ਵੈਰੀ ਸਟਰੋਂਗ ਐਂਡ ਪ੍ਰਾਊਡ, ਬਿਕਾਜ਼ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਕੋਲ ਉਸ ਚੀਜ਼ ਦੀ ਐਜੂਕੇਸ਼ਨ ਵੀ ਨਹੀਂ ਸੀਗੀ, ਅੱਜ ਉਹ ਤੁਹਾਡੇ ਨਾਲ ਖੜ ਕੇ ਤੁਹਾਨੂੰ ਸਪੋਰਟ ਕਰ ਰਹੇ। ਜਿੱਥੇ ਮੇਰਾ ਪਰਿਵਾਰ, ਮੈਂ ਕਹਿੰਦਾ ਮੇਰੇ ਚਾਚੇ ਤਾਏ ਜਾਂ ਉਹਨਾਂ ਦੇ ਬੱਚੇ ਜਾਂ ਜਿਨ੍ਹਾਂ ਨੂੰ ਵੀ ਅਸੀਂ ਇਨਕਲੂਡ ਕਰੀਏ, ਉਹ ਇਸ ਯੂਥ ਦੇ ਹੋ ਕੇ ਇੰਨੀ ਐਜੂਕੇਸ਼ਨ ਤੇ ਬਾਅਦ ਉਹ ਐਦਾਂ ਐਕਟ ਕਰਦੇ ਆ ਜਿਨ੍ਹਾਂ ਦੇ ਕੋਲ ਉਸ ਚੀਜ਼ ਦੀ ਕੋਈ ਐਜੂਕੇਸ਼ਨ ਹੀ ਨਹੀਂ ਹੈ। ਜਿੱਦਾਂ ਮੇਰੇ ਖੁਦ ਦੇ ਕਜ਼ਨਸ ਨੇ ਮੈਨੂੰ ਆਪਣੇ ਤੋਂ ਵੱਖ ਕਰਤਾ ਕਿ ਸੋਨੂੰ ਸਾਡਾ ਹਿੱਸਾ ਨਹੀਂ ਹੈ। ਸੋ ਅਬੈਂਡਨਡ ਦੇ ਟੋਟਲੀ ਅਲੋਨ, ਸਾਡੇ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਹੈ, ਬਿਕਾਜ਼ ਤੂੰ ਜਿੱਦਾਂ ਮੈਂ ਕਦੇ ਟਿਕਟੌਕ ਬਣਾ ਲਈ ਜਾਂ ਮੈਂ ਕਦੇ ਵੀਡੀਓ ਪਾਤੀ, ਤੇ ਜਦ ਮੈਂ ਹੀਲਸ ਪਾ ਕੇ WhatsApp ਤੇ ਸਟੇਟਸ ਡਾਲਦਾ ਸੀਗਾ, ਤੇ ਉਹਨਾਂ ਨੇ ਦੇਖਿਆ ਕਿ ਹੁਣ ਤਾਂ ਪ੍ਰਤੀਕ ਨੇ ਹੀਲਸ ਪਾਣੀ ਵੀ ਸ਼ੁਰੂ ਕਰਤੀ ਹੈ, ਰਾਈਟ? ਤੇ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਮੈਂ ਉਹਨਾਂ ਦਾ ਭਰਾ ਹਾਂ। ਓ ਮਾਈ ਗॉड। ਯਾ ਅੱਜ ਮੈਂ ਕੁਝ ਥੋੜੇ ਦਿਨਾਂ ਦੇ ਪਹਿਲੇ ਦੀ ਗੱਲ ਹੈ ਕਿ ਜਦ ਫਿਰ ਇਹ ਕੁਐਸਚਨਸ ਦੁਬਾਰਾ ਉੱਠਣੇ ਸ਼ੁਰੂ ਹੋ ਗਏ ਸੀਗੇ ਕਿ ਉਹ ਸਮਾਂ ਲੋਕ ਭੁੱਲ ਜਾਂਦੇ ਨੇ ਜਦ ਅਸੀਂ ਬਚਪਨ ਤੋਂ ਇੰਨਾ ਟਾਈਮ ਇਕੱਠੇ ਗੁਜ਼ਾਰਾ ਹੁੰਦਾ ਹੈ, ਇੰਨਾ ਪਿਆਰ ਹੁੰਦਾ ਹੈ, ਬੌਂਡਿੰਗ ਬੰਦੀ ਹੁੰਦੀ ਹੈ। ਜਦ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਖੁਦ ਦਾ ਬ੍ਰਦਰ ਲੋਕਾਂ ਤੋਂ ਵੱਖ ਹੈ ਤੇ ਤੁਸੀਂ ਉਹ ਸਮਾਜ ਨਾਲ ਹੋ ਜਾਂਦੇ ਹੋ, ਤੁਸੀਂ ਆਪਣੀ ਚੀਜ਼ ਨੂੰ ਸਪੋਰਟ ਨਹੀਂ ਕਰਦੇ। ਇਨਸਟੈਡ ਆਫ ਤੁਸੀਂ ਉਹਦੇ ਨਾਲ ਖੜੇ ਹੋਵੋ, ਤੁਸੀਂ ਉਸ ਤੋਂ ਦੂਰ ਹੋ ਜਾਣ, ਉਹਨੂੰ ਹੋਰ ਗਿਲਟ ਫੀਲ ਕਰਾ। ਐਗਜ਼ੈਕਟਲੀ। ਉਹੀ ਮੈਂ ਕਹਿੰਦਾ ਕਿ ਅੱਜ ਉਹਨਾਂ ਨੇ ਮੈਨੂੰ ਫੇਸਬੁੱਕ ਤੋਂ ਚੱਕ ਕੇ ਬਲੌਕ ਕਰ ਦੇਣਾ ਜਾਂ ਮੇਰੇ ਨਾਲ ਗੱਲ ਨਹੀਂ ਕਰਨੀ ਜਾਂ WhatsApp ਤੋਂ ਮੈਨੂੰ ਬਲੌਕ ਕਰ ਦੇਣਾ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਔਰ ਅੱਜ ਮੈਂ ਸਾਰੇ ਸਮਾਜ ਦੇ ਸਾਹਮਣੇ ਕਹਿਣਾ ਚਾਹੁੰਦਾ ਕਿ ਇਹ ਸਿਰਫ ਮੇਰੀ ਪ੍ਰੋਬਲਮ ਨਹੀਂ ਹੈ, ਇਹ ਉਹ ਸਾਰੇ ਨਿਆਣਿਆਂ ਦੀ ਪ੍ਰੋਬਲਮ ਹੈ ਜਿਹੜੇ ਕਦੇ ਆਪਣੇ ਪੇਰੈਂਟਸ ਦੇ ਬਾਹਰ ਆ ਜਾਂਦੇ ਆ, ਬਟ ਉਹਨਾਂ ਦਾ ਸਮਾਜ, ਉਹਨਾਂ ਦਾ ਪਰਿਵਾਰ ਐਕਸੈਪਟ ਨਹੀਂ ਕਰਦਾ। ਯਾ ਕੁਝ ਟਾਈਮ ਇਦਾਂ ਦਾ ਵੀ ਹੁੰਦਾ ਹੈ ਵੈਨ ਯੂ ਫੀਲ ਸੈਡ ਕਿ ਹਾਏ ਤੁਹਾਡੇ ਆਪਣਿਆਂ ਨੇ ਤੁਹਾਨੂੰ ਇਦਾਂ ਕਰਤਾ, ਬਟ ਐਦੀ ਐਗਜ਼ੈਕਟਲੀ ਕਿਉਂਕਿ ਆਪਾਂ ਤੋਂ ਐਕਸਪੈਕਟ ਨਹੀਂ ਕਰਦੇ, ਔਰ ਸਪੈਸ਼ਲੀ ਉਹਨਾਂ ਤੋਂ ਜਿਹੜੇ ਇਸ ਯੂਥ ਨੂੰ ਬਿਲੋਂਗ ਕਰਦੇ ਆ, ਜਿਨ੍ਹਾਂ ਦੇ ਕੋਲ ਇਸ ਚੀਜ਼ ਦੀ ਐਜੂਕੇਸ਼ਨ ਨੇ। ਉਹ ਜਦ ਤੁਸੀਂ ਇਦਾਂ ਦਾ ਐਕਟ ਕਰਦੇ ਹੋ ਤਾਂ ਤੁਹਾਨੂੰ ਬਹੁਤ ਦੁੱਖ ਲੱਗਦਾ ਉਸ ਚੀਜ਼ ਦਾ। ਮੈਂ ਸਾਰੇ ਜਿੰਨੇ ਵੀ ਸੁਣਨ ਵਾਲੇ ਹੈ, ਦੇਖਣ ਵਾਲੇ ਹੈ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਤਰ੍ਹਾਂ ਸੇ ਬੇਨਤੀ ਕਰੂੰਗਾ ਕਿ ਇਹ ਕੋਈ ਬਿਮਾਰੀ ਨਹੀਂ ਹੈ, ਇਹ ਉਦਾਂ ਦੀ ਚੀਜ਼ ਹੈ ਜਿਹੜੇ ਤੁਸੀਂ ਇਦਾਂ ਹੀ ਜੰਮਦੇ ਹੋ। ਜੇ ਤਾਂ ਤੁਹਾਡੇ ਨਿਆਣੇ ਇਦਾਂ ਦੇ ਹੈਗੇ ਆ, ਚਾਹੇ ਉਹ ਤੁਹਾਡੀ ਕੁੜੀ ਹੋ ਜਿਹੜੀ ਇੱਕ ਕੁੜੀ ਨੂੰ ਪਿਆਰ ਕਰਦੀ ਹੋ, ਜਾਂ ਮੁੰਡਾ ਹੋਏ, ਇੱਕ ਤਰ੍ਹਾਂ ਦਾ ਮੈਂ ਕਹੂੰਗਾ ਜਿੱਦਾਂ ਸਾਡੇ 'ਚ ਕਹਿੰਦੇ ਆ LGBTQ, ਲੈਸਬੀਅਨ, ਗੇ, ਟਰਾਂਸਜੈਂਡਰ, ਕੁਐਰ। ਸੋ ਉਹਦੇ 'ਚ ਕੀ ਹੁੰਦਾ ਹੈ, ਉਹ ਸਾਰਾ ਕੋਈ ਆ ਜਾਂਦਾ ਹੈ। ਤੁਹਾਡੇ ਨਿਆਣੇ ਜੇ ਤਾਂ ਕਿਸੇ ਚੀਜ਼ ਨੂੰ ਵੀ ਕਿਸੇ ਵੀ ਸੈਕਸ਼ਨ ਨੂੰ ਬਿਲੋਂਗ ਕਰਦੇ ਨੇ, ਮੈਂ ਸਾਰਿਆਂ ਨੂੰ ਇਹ ਕਹਿਣਾ ਕਿ ਪਲੀਜ਼ ਤੁਸੀਂ ਆਪਣੇ ਨਿਆਣਿਆਂ ਨੂੰ ਸਪੋਰਟ ਕਰੋ,
ਤੁਹਾਡੇ ਪਰਿਵਾਰ ਤੁਹਾਨੂੰ ਸਪੋਰਟ ਕਰਨ। ਅੱਜ ਮੈਂ ਦੇਖਦਾ ਇੱਥੇ ਸੱਚੀ ਮੈਂ ਕਹਾਂ ਕਿ ਅੱਜ ਇੰਡੀਆ ਇਸ ਮਾਮਲੇ 'ਚ ਜ਼ਿਆਦਾ ਐਜੂਕੇਟਿਡ ਹੈ ਜਿੱਥੇ ਇੱਥੇ ਦੇ ਲੋਕ ਨਹੀਂ ਨੇ। ਕਿਉਂਕਿ ਆਈ ਥਿੰਕ ਇੱਥੇ ਜਿਹੜੇ ਲੋਕੀ ਆ ਹਜੇ ਵੀ ਉਸ ਹੀ ਸੁਸਾਇਟੀ ਨੂੰ ਬਿਲੋਂਗ ਕਰਦੇ ਆ, ਲੈਟਸ ਸੇ ਵੀ 15-20 ਸਾਲ ਪਹਿਲਾਂ ਆਏ ਆ। they don't accept ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ, ਉਹਨਾਂ ਦੀ ਐਜੂਕੇਸ਼ਨ ਉਹਨਾਂ ਨੂੰ ਮਿਲੀ ਨਹੀਂ ਐਗਜ਼ੈਕਟਲੀ ਆ ਕਿ they are just focused on their work yeah which is ਇਹਨੇ ਆਪਣੇ ਬਹੁਤ ਹਾਰਡ ਵਰਕਰ ਹੈਗੇ, it is yeah kind people too, but like you said ਵੀ ਉਹਨਾਂ ਨੂੰ ਐਜੂਕੇਸ਼ਨ ਹੋਣੀ ਦੇਣੀ ਵੀ ਆਪਾਂ ਹੀ ਦੇਣੀ ਆ। ਚਲੋ ਅੱਜ I'm very proud of in these days generation ਜਿਵੇਂ ਵੀ ਕੋਈ ਵੀ ਗੱਲ ਹੁੰਦੀ ਹੈ ਖੁੱਲ ਕੇ ਅੱਗੇ ਕਰਨੀ, ਆਪਣੇ ਲਕੋ ਨਹੀਂ ਰੱਖ। ਇੱਕ ਮੈਂ ਤੁਹਾਨੂੰ ਦੱਸਿਆ ਜਿੱਦਾਂ ਸਾਡੇ ਮੈਂ ਪਤਾ ਨਹੀਂ ਕਿਉਂ ਇਹ ਚੀਜ਼ ਬੜੀ ਕਦੇ ਮੈਨੂੰ ਸ਼ਰਮ ਵੀ ਆਉਂਦੀ ਹੈ ਕਿ ਇਹ ਸਾਡੇ ਸਮਾਜ 'ਚ ਬਹੁਤ ਜ਼ਿਆਦਾ ਹੈ। ਜੇ ਤਾਂ ਕਦੇ ਮੇਰਾ ਕੋਈ ਫਰੈਂਡ ਹੋਏ ਜਾਂ ਕੋਈ ਐਦਾਂ ਦਾ ਪਰਸਨ ਹੋਏ ਜਿਹੜਾ ਮੈਨੂੰ ਕਿਸੇ ਪਾਰਟੀ 'ਚ ਮਿਲਿਆ ਹੋਏ, ਜਸਟ ਐਨ ਐਗਜ਼ਾਮਪਲ, ਤੇ ਅਸੀਂ ਇੱਕ ਦੂਜੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਇਹ ਗੱਲ ਇਹ ਨਹੀਂ ਹੈ ਕਿ ਜੇ ਤਾਂ ਮੈਂ ਗਿਆ ਐਂਡ ਯੂ ਆਰ ਮੈਰਿਡ ਗਾਏ ਕਿ ਮੈਂ ਤੁਹਾਨੂੰ ਹਿੱਟ ਕਰ ਰਿਹਾ ਜਾਂ ਮੈਂ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਹੋਵਾਂ। ਇੱਦਾਂ ਦੀ ਪਰਸੈਪਸ਼ਨ ਹੈ ਸਾਡੇ ਲੋਕਾਂ ਦੀ ਕਿ ਕੱਲ ਨੂੰ ਜੇ ਤਾਂ ਲੋਕਾਂ ਨੇ ਪ੍ਰਤੀਕ ਦੇ ਨਾਲ ਦੇਖ ਲਿਆ ਤੇ ਉਹ ਸਮਝਣਗੇ ਕਿ ਮੈਂ ਵੀ ਗੇ ਹਾਂ। ਮੈਂ ਇਹ ਪਰਸੈਪਸ਼ਨ ਲੋਕਾਂ ਦੀ ਚੇਂਜ ਕਰਨਾ ਚਾਹੁੰਦਾ, ਸਪੈਸ਼ਲੀ ਆਪਣੇ ਸਮਾਜ 'ਚ ਇਹ ਬਹੁਤ ਲੋੜ ਹੈ। I think ਪ੍ਰਤੀਕ ਆਪਾਂ ਨੂੰ ਆਪਣੇ ਸਮਾਜ ਦਾ ਪਤਾ ਹੈ। Yes, ਆਪਾਂ ਨੂੰ ਪਤਾ ਵੀ ਸਾਡੇ ਸਮਾਜ ਦੀ ਸੋਚ ਕਿੱਥੇ ਤੱਕ ਖੜੀ ਹੈ। Exactly. ਤੇ ਉਹਨੂੰ ਉੱਪਰ ਠੀਕ ਕਰਨਾ ਸਾਨੂੰ ਜੜ੍ਹਾਂ ਤੋਂ ਹੀ ਕੱਢਣਾ ਪੈਂਦਾ। Yes. I'm pretty sure ਇੱਥੇ ਹੋਰ ਵੀ ਬਹੁਤ ਹੈਗੇ ਆਪਣੇ ਸਮਾਜ ਦੇ ਵਿੱਚ ਡਰ ਕੇ ਅੱਗੇ ਬਾਹਰ ਨਹੀਂ ਆਉਂਦੇ। Like I said, ਤੁਸੀਂ ਬਹੁਤ ਸਟਰੋਂਗ ਇੰਨਾ ਐਨਕਰੇਜ ਕੱਢਿਆ ਵੀ ਮੈਂ ਬਾਹਰ ਆਵਾਂ, ਐਟਲੀਸਟ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਪ੍ਰੋਬਲਮਸ ਜਿਹੜੀਆਂ, ਕਿਉਂਕਿ ਯੂ ਆਰ ਦ ਫਰਸਟ ਵਨ ਕਮਿੰਗ ਆਊਟ। ਔਰ ਮੈਂ ਤਾਂ ਸੱਚੀ ਮੈਂ ਜਿੱਦਾਂ ਤੁਹਾਨੂੰ ਬਹੁਤ ਥੈਂਕਸ ਕਰਦਾ ਕਿ ਇੱਕ ਪਲੇਟਫਾਰਮ ਤੇ ਜਦ ਮੈਂ ਲਾਸਟ ਟਾਈਮ ਇੱਕ ਵਾਰ ਕੈਲਗਰੀ 'ਚ ਲਾਸਟ ਈਅਰ ਇੰਟਰਵਿਊ ਦਿੱਤਾ ਸੀਗਾ, ਮੈਂ ਉੱਥੇ ਵੀ ਇਹੀ ਗੱਲ ਕਹੀ ਸੀਗੀ ਕਿ ਜਿਹੜੇ ਵੀ ਨਿਆਣੇ ਨੇ, ਜਿਹੜੇ ਵੀ ਮਾਪਿਓ ਨੇ, ਜਿਹੜੇ ਵੀ ਜੋ ਵੀ ਚਾਹੁੰਦੇ ਆ ਕਿ ਉਹ ਇੱਕ ਵਾਰ ਮੇਰੇ ਨਾਲ ਗੱਲ ਕਰਨ ਤੇ ਇਸ ਚੀਜ਼ ਨੂੰ ਜੇ ਤਾਂ ਉਹ ਸਮਝਣਾ ਚਾਹੁੰਦੇ ਨੇ, even for the kids who are scared of coming out, parents need more education. Exactly. Kids is already going through and that. ਹੁਣ ਮੈਂ ਜਿੱਦਾਂ ਅੱਜ ਮੈਂ ਐਡਮਿੰਟਨ ਆਇਆ ਔਰ ਮੈਂ ਨੈਕਸਟ ਮੰਥ ਮੂਵ ਹੋ ਰਿਹਾ ਵੈਂਕੂਵਰ, ਤੇ ਮੈਂ ਉੱਥੇ ਵੀ ਗੱਲ ਕਰਨੀ ਸ਼ੁਰੂ ਕਰਤੀ ਹੈ ਕਿ ਮੈਂ ਉੱਥੇ ਵੀ ਲਾਈਵ ਰੇਡੀਓ ਤੇ ਜਾ ਕੇ ਮੈਂ ਇਹੀ ਗੱਲ ਕਰਨੀ ਹੈ, ਬਿਕਾਜ਼ ਮੈਂ ਚਾਹੁੰਦਾ ਕਿ ਮੈਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਇਸ ਚੀਜ਼ ਦੀ ਪ੍ਰਚਾਰ ਕਰਾਂ। ਲਾਈਕ ਮੈਂ ਦੇਖਿਆ ਲੋਕ ਹਰ ਚੀਜ਼ ਦੀ ਪ੍ਰਚਾਰ ਕਰਦੇ ਆ ਆਪਣੇ ਸਮਾਜ 'ਚ, ਬਿਲਕੁਲ ਹਰ ਇੱਕ ਨੂੰ ਹੁਣ ਸਗੋਂ ਜ਼ਿਆਦਾ ਹੋ ਗਿਆ। ਲਾਈਕ ਤੁਸੀਂ ਮੈਂ ਦੇਖਦਾ ਕਿ ਜਿੱਦਾਂ ਕਿਸੇ ਨੇ ਕਿਸੇ ਨੂੰ ਮਾਰਤਾ ਤੇ ਉਸ ਚੀਜ਼ ਦਾ ਇੰਨਾ ਵੱਡਾ ਇਸ਼ੂ ਬਣ ਜਾਂਦਾ ਹੈ, ਲੋਕ ਉਹਦੇ ਲਈ ਪ੍ਰੋਟੈਸਟ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਬਟ ਜਦ ਗੱਲ ਆਉਂਦੀ ਹੈ ਗੇਇਜ਼ਮ ਦੀ ਜਾਂ ਕੋਈ ਲੈਸਬੀਅਨ, ਇਨ ਸ਼ਾਰਟ LGBT ਦੀ, ਸਾਡਾ ਸਮਾਜ ਹਮੇਸ਼ਾ ਪਿੱਛੇ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਤਾਂ ਅਸੀਂ ਉਸ ਚੀਜ਼ ਦੇ ਪਾਰਟ ਹੋ ਜਾਏਂਗੇ ਤੇ ਸਾਨੂੰ ਵੀ ਉਹ ਲੋਕ ਉਸ ਚੀਜ਼ 'ਚ ਇਨਕਲੂਡ ਕਰ ਲੈਣਗੇ। ਮੈਂ ਚਾਹੁੰਦਾ ਕਿ ਲੋਕਾਂ ਨੂੰ their fight is nothing to do with them. Exactly, yeah, ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਕੱਲ ਨੂੰ ਅਸੀਂ ਉਸ ਚੀਜ਼ 'ਚ ਨਾ ਆ ਜਾਈਏ, ਕੱਲ ਨੂੰ ਸਾਨੂੰ ਨਾ ਲੋਕ ਸੋਚਣ ਲੱਗੇ ਕਿ ਹਾਏ ਇਹਨਾਂ ਦਾ ਵੀ ਇਹ ਤਾਂ ਵਿਆਹਿਆ ਹੋਇਆ, ਇਹਦੀ ਵੀ ਮੁੰਡਿਆਂ 'ਚ ਇੰਟਰਸਟ ਹੈ। ਯੂ ਨੋ, ਜਿੱਦਾਂ ਇੱਕ ਸਾਡਾ ਜਿਹੜਾ ਸਟੇਟਸ ਹੈ ਮਾਈਂਡ, ਉਹ ਉੱਥੇ ਦਾ ਉੱਥੇ ਹੀ ਹੈ ਕਿ ਅਸੀਂ ਅੱਗੇ ਨਹੀਂ ਵਧਣਾ, ਅਸੀਂ ਅੱਗੇ ਜਾ ਕੇ ਇਹਨਾਂ ਨੂੰ ਸਪੋਰਟ ਨਹੀਂ ਕਰਨਾ, ਬਿਕਾਜ਼ ਸਾਨੂੰ ਆਪਣੀ ਇਮੇਜ ਦਾ ਡਰ ਹੈ। In short, I think it's education, your lack of education. Exactly. If people will come to know, I'm pretty sure they will come forward to support. And ਜਿਵੇਂ ਤੁਸੀਂ ਵੈਨਕੂਵਰ ਦੀ ਗੱਲ ਕੀਤੀ, I know ਉੱਥੇ ਕਾਫੀ ਪ੍ਰੋਟੈਸਟ ਇੱਦਾਂ ਦੇ ਹੋ ਰਹੇ ਆ, ਤੇ ਇੱਥੇ ਐਡਮਿੰਟਨ ਜਾਂ ਹੋਰ ਕਿਤੇ ਨਹੀਂ ਹੁੰਦੇ ਇੰਨੇ ਜਿਹੜੇ ਹੁੰਦੇ ਆ। ਪਰ ਜਿੰਨੇ ਐਜੂਕੇਸ਼ਨ ਜਿੰਨਾ ਤੁਸੀਂ ਲੋਕਾਂ ਦੇ ਅੱਗੇ ਜਾਓਗੇ, ਲੋਕਾਂ ਨੂੰ ਪਤਾ ਲੱਗੂਗਾ that's what it is, they will, I'm pretty sure they'll come forward to support you. Yes, for sure. And you're a part of it, part of society. You're not just something excluded. Exactly. You are not included in our society. And I'm so happy and so happy to have you here. Thank you so much. ਮੈਂ ਤੁਹਾਡੇ ਬਾਰੇ ਇੱਕ ਗੱਲ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਤੁਸੀਂ totally you came out, and you are telling people that you are gay. So what is your plan? ਉਹੀ ਗੱਲ ਦੁਬਾਰਾ ਮੈਂ ਕਹੂੰਗਾ, ਜਿੱਦਾਂ ਇੱਕ ਕੁੜੀ ਦਾ ਪਲਾਨ ਹੁੰਦਾ ਹੈ ਕਿ ਉਹਨੂੰ ਇੱਕ ਇਨਸਾਨ ਮਿਲੇ ਜਿਹਦੇ ਨਾਲ ਉਹ ਵਿਆਹ ਕਰਾਏ, ਆਪਣਾ ਘਰ ਬਸਾਏ, ਉਹਦੀ ਵੀ ਫੈਮਿਲੀ ਲਾਈਫ ਹੋਏ। ਐਗਜ਼ੈਕਟਲੀ ਸੇਮ ਸਾਡੀ ਫੀਲਿੰਗਸ ਨੇ। ਮੇਰੇ ਵੀ ਇਹੀ ਹੈਗੇ ਹੈ ਕਿ ਮੈਨੂੰ ਵੀ ਇੱਕ ਅੱਛਾ ਪਾਰਟਨਰ ਮਿਲੇ ਜਿਹੜਾ ਮੈਨੂੰ ਸਪੋਰਟ ਕਰੇ ਤੇ
ਸਾਡੇ ਵੀ ਨਿਆਣੇ ਹੋਣ। ਅਗੇਨ ਜਦ ਨਿਆਣਿਆਂ ਦੀ ਗੱਲ ਹੁੰਦੀ ਹੈ ਲੋਕਾਂ ਨੂੰ ਲੱਗਦਾ ਕਿ ਇਹ ਤਾਂ ਗੇ ਹੈ, ਇਹ ਦੋ ਮੁੰਡੇ ਨੇ, ਇਹ ਨਿਆਣੇ ਕਿੱਦਾਂ ਕਰ ਲੈਣਗੇ। ਸਾਡੇ ਗੇਇਜ਼ਮ 'ਚ ਬਹੁਤ ਲੋਕ ਇੱਦਾਂ ਦੇ ਨੇ ਜਿਹੜੇ ਸਰੋਗੇਸੀ ਕਰਾਉਂਦੇ ਨੇ, ਜਿਹੜੇ ਅਡਾਪਟ ਕਰਦੇ ਨੇ। ਯਾ ਸੋ ਦੇਰ ਆਰ ਮੋਰ ਰੂਟਸ ਟੂ ਇਟ ਕਿ ਤੁਸੀਂ ਜਦ ਇੱਕ ਵਾਰ ਉਸ ਚੀਜ਼ 'ਚ ਪੈਂਦੇ ਹੋ ਤੁਹਾਨੂੰ ਬਹੁਤ ਸਾਰੇ ਆਈਡੀਆਜ਼ ਮਿਲਦੇ ਤੁਹਾਨੂੰ ਕਿੱਦਾਂ ਕਰਨਾ। ਸੋ ਜਿਸ ਕਹਿੰਦੇ ਦੇ ਰਾਹ ਪਏ ਜਾਣੇ, ਜੇ ਤੁਸੀਂ ਉਸ ਰਸਤੇ ਜਾਂਦੇ ਆ ਤੁਹਾਨੂੰ ਆਪੇ ਆਂਦੀ ਹੈ ਸੁੱਟ ਕਿ ਤੁਸੀਂ ਕੀ ਕਰਨਾ। ਯਾ ਸੋ ਸੇਮ ਜਿੱਦਾਂ ਬਾਕੀਆਂ ਦੇ ਸੁਪਨੇ ਹੁੰਦੇ ਆ ਕਿ ਉਹਨਾਂ ਦੇ ਵੀ ਘਰ ਹੋਏ, ਸੇਮ ਸੁਪਨੇ ਸਾਡੇ ਹੁੰਦੇ ਆ। That's so good to know. Thank you. ਤੇ ਮੈਂ ਇੱਕ ਲਾਸਟ ਵਿੱਚ ਇਹ ਪੁੱਛਣਾ ਚਾਹੁੰਦੀ ਹਾਂ, ਜਿਵੇਂ ਤੁਸੀਂ ਕਹਿੰਦੇ ਮੈਂ ਜ਼ਿਆਦਾ ਕਿਉਂਕਿ ਠੇਸ ਪਹੁੰਚਦੀ ਆਪਣਿਆਂ ਦੀ, ਤੁਸੀਂ ਆਪਣਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਆ ਜਿਹੜੇ ਕਿ ਤੁਸੀਂ ਕਹਿੰਦੇ ਤੁਹਾਨੂੰ ਤੁਹਾਡੇ ਪਰਿਵਾਰ ਤੋਂ ਅਲੱਗ ਜਾ ਕੇ ਉਹਨਾਂ ਤੁਹਾਨੂੰ ਛੱਡ ਹੀ ਦਿੱਤਾ। ਸੋ ਯੂ ਵਾਂਟ ਟੂ ਸੇ ਸਮਥਿੰਗ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਕਿ ਉਹ ਸੋਚ ਉਹਨਾਂ ਦੀ ਹੈ, ਉਹ ਐਜੂਕੇਸ਼ਨ ਉਹਨਾਂ ਦੀ ਹੈਗੀ ਹੈ ਜਿਹੜੇ ਇਸ ਯੂਥ ਦੇ ਹੋ ਕੇ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਸਕੇ। ਤੇ ਉਹ ਉਹਨਾਂ ਦਾ ਮੈਂਟਲ ਲੈਵਲ ਹੈ, ਉਹ ਉਹਨਾਂ ਦੀ ਸੋਚ ਹੈ। ਇਟਸ देयर ਲॉस ਫॉर ਇਟ। ਸੋ ਮੈਂ ਸਿਰਫ ਇਹੀ ਕਹੂੰਗਾ ਕਿ ਜੇ ਤਾਂ ਤੁਸੀਂ ਇੰਨੇ ਐਜੂਕੇਟਿਡ ਹੋ, ਤੁਹਾਨੂੰ ਇਸ ਚੀਜ਼ ਦੀ, ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਹੋ ਕਿ ਤੁਹਾਨੂੰ ਬਹੁਤ ਨੌਲੇਜ ਹੈ ਇਸ ਚੀਜ਼ ਦੀ, ਤੇ ਪਲੀਜ਼ ਇਸ ਚੀਜ਼ ਦੇ ਬਾਰੇ ਸਟੱਡੀ ਕਰੋ। ਤੇ ਜੇ ਤਾਂ ਤੁਹਾਨੂੰ ਲੱਗੇ ਕਿ ਹਾਂ ਅੱਜ ਮੈਨੂੰ ਫੋਨ ਚੱਕ ਕੇ ਸੋਨੂ ਨੂੰ ਫੋਨ ਕਰ ਲੈਣਾ ਚਾਹੀਦਾ, ਪ੍ਰਤੀਕ ਨੂੰ ਫੋਨ ਕਰ ਲੈਣਾ ਚਾਹੀਦਾ, ਮੇਕ ਸ਼ੋਰ ਯੂ ਕਾਲ ਮੀ ਐਂਡ ਯੂ ਕੈਨ ਆਸਕ ਮੀ ਐਨੀਥਿੰਗ ਯੂ ਵਾਂਟ। ਤੇ ਐਨੀ ਮੈਸੇਜ ਤੁਸੀਂ ਕਿਸੇ ਪੇਰੈਂਟਸ? ਬਸ ਮੈਂ ਸਾਰੇ ਪੇਰੈਂਟਸ, ਸਾਰੇ ਬੱਚਿਆਂ ਨੂੰ ਇਹੀ ਕਹੂੰਗਾ ਕਿ ਐਨੀ ਟਾਈਮ ਜੇ ਤਾਂ ਹੋ ਸਕੇ ਆਈ ਵਿਲ ਗਿਵ ਮਾਈ ਨੇਮ, ਨੰਬਰ, ਮਾਈ ਆਈਡੀਜ਼, ਕਿ ਤੁਸੀਂ ਮੈਨੂੰ ਕਿਸੇ ਵੀ ਰੂਪ 'ਚ ਮੈਨੂੰ ਕੰਟੈਕਟ ਕਰੋ। ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਤੁਹਾਨੂੰ ਕਿਸੇ ਵੀ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਤਾਂ ਪਲੀਜ਼ ਆਈ ਵਿਲ ਬੀ ਆਲਵੇਜ਼ ਦੇਅਰ ਵਿਦ ਯੂ, ਯੋਰ ਫੈਮਿਲੀ, ਟੂ ਸਪੋਰਟ ਐਂਡ ਟੂ ਟੈਲ them what exactly it is. Thank you so much. Thank you so much. ਐਂਡ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਵਾਰਤਾਲਾਪ ਹੋ, ਕੋਸ਼ਿਸ਼ ਹੈ ਸਾਡੀ ਵੀ ਤੁਸੀਂ ਇਸ ਨੂੰ ਕੁਝ ਅਪਣਾਇਆ ਹੋਣਾ, ਕੁਝ ਇਸ ਤੋਂ ਸਿੱਖਿਆ ਹੋਣਾ। ਤੁਸੀਂ ਕਿਸੇ ਦੂਸਰੇ ਇਨਸਾਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ, ਤੁਸੀਂ ਆਪਣਾ ਨਜ਼ਰੀਆ ਚੇਂਜ ਕਰੋ। ਉਹ ਵੀ ਇਨਸਾਨ ਆ, ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਤੇ ਉਹ ਕਿਵੇਂ ਫੀਲ ਕਰਦੇ ਉਹਨਾਂ ਨਾਲ ਗੱਲਬਾਤ ਕਰੋ, ਕਿਉਂਕਿ ਉਹ ਐ ਨਾ ਫੀਲ ਕਰਨ ਕਿ ਅਸੀਂ ਸੁਸਾਇਟੀ ਦਾ ਹਿੱਸਾ ਨਹੀਂ ਆ, ਉਹ ਪੁਸ਼ ਬੈਕ ਨਾ ਫੀਲ ਕਰਨ ਤੇ ਆਪਣੇ ਆਪ ਨੂੰ ਇੱਕ ਆਈਸੋਲੇਟਡ ਨਾ ਫੀਲ ਕਰਨ। ਤੇ ਹੁਣ ਆਪਾਂ ਕੁਆਰੰਟਾਈਨ ਤੋਂ ਜਾ ਕੇ ਆਏ, ਤੁਹਾਨੂੰ ਪਤਾ ਕਿੰਨਾ ਔਖਾ ਆਈਸੋਲੇਸ਼ਨ ਦੇ ਵਿੱਚ ਰਹਿਣਾ, ਤੇ ਆਪਾਂ ਕਿਸੇ ਨੂੰ ਇਹੋ ਜਿਹੀ ਫੀਲਿੰਗ ਕਿਉਂ ਦਈਏ ਵੀ ਉਹ ਬੰਦਾ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਲਿਆਉਣ ਤੋਂ ਝਿਜਕਦਾ ਹੋਵੇ। ਤੇ ਆਪਾਂ ਇਹੋ ਜਿਹੀ ਗੱਲਬਾਤ ਆਪਾਂ ਹੋਰ ਵੀ ਕਰਦੇ ਆ, ਤੇ ਤੁਸੀਂ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਤੁਸੀਂ ਦੈਟਸ ਵਾਟ ਸ਼ੀ ਸੈਡ ਪੋਡਕਾਸਟ ਹੈ, ਜਿੱਥੇ ਆਪਾਂ ਇਹੋ ਜਿਹੀ ਗੱਲਾਂ ਬਾਤਾਂ ਕਰਦੇ ਆ, ਆਮ ਲੋਕਾਂ ਦੀਆਂ ਗੱਲਾਂ ਬਾਤਾਂ ਅਸੀਂ ਸ਼ੇਅਰ ਕਰਦੇ ਆ। ਤੇ ਤੁਸੀਂ ਸ਼ਾਇਦ ਸੁਣ ਕੇ ਸਾਡਾ ਮੋਟਿਵ ਹੈ ਤੁਹਾਨੂੰ ਥੋੜਾ ਇੰਸਪਾਇਰ ਕਰਨਾ, ਤੁਹਾਨੂੰ ਕੁਝ ਸਿੱਖਣ ਨੂੰ ਜਿੱਥੋਂ ਮਿਲੇ। ਤੁਹਾਡਾ ਅੱਜ ਦੇ ਪ੍ਰੋਗਰਾਮ ਨੂੰ ਸੁਣਨ ਦਾ ਤੇ ਦੇਖਣ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।